ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚਕਰ ਚਹਨ ਅਰ ਬਰਨ ਜਾਤ ਅਰ ਪਾਤ ਨਹਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪ੍ਰਭ ਜੀ ਤੋ ਕਹਿ ਲਾਜ ਹਮਾਰੀ ਨੀਲਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ ਪਰਮ ਪੁਰਖ ਪਰਮੇਸ਼ਰ ਸੁਆਮੀ ਪਾਵਨ ਪਉਨ ਆਹਾਰੀ ਮਾਧਵ ਮਹਾਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ ਨਿਰਵਿਕਾਰ ਨਿਰਜੁਰ ਨਿੰਦਰਾ ਬੈਨ ਨਿਰਵਿਖ ਨਰਕ ਨਿਵਾਰੀ ਕਿਰਪਾ ਸਿੰਧ ਕਾਲ ਤ੍ਰੈਦਰਸੀ ਕੋ ਕਰਤ ਪਰਨਾਸਨਕਾਰੀ ਧਨੁਰ ਪਾਨ ਧ੍ਰਿਤਮਾਨ ਤਰਾ ਧਰ ਅਨ ਬਿਕਾਰ ਅਸ ਧਾਰੀ ਹਉ ਮਤ ਮੰਦ ਚਰਨ ਸ਼ਰਣਾਗਤ ਕਰ ਗਹਿ ਲਿਹੋ ਉਭਾਰੀ ਹਉ ਮਤ ਮੰਦ ਚਰਨ ਸ਼ਰਣਾਗਤ ਕਰ ਗਹਿ ਲਿਹੋ ਉਭਾਰੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖ ਬਿਖ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਜਨ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਨਾ ਸਰੀ
महला तीजा। काचा धन संचय मूर्ख गावारा। मन मुख भूले अंध गावारा। बिख्या कै धन सदा दुख होए। ना साथ जाई ना परापत होए। काचा धन संचय मूर्ख गावारा। मन मुख भूले अंध गावारा। बिख्या कै धन सदा दुख होए। ना साथ जाए ना परापत होए। साचा धन गुरमति पाए। काचा धन फुन आवे जाए रहाओ। मन मुख भूले सब मरह गवारा। पाप जल डूबे ना उर बार ना पार। सतगुर भेटे पूरा भाग। साच रते अहनिस बैराग। चौह जुग मह अमृत साची बाणी। पूरा भाग हर नाम समाणी। सिद्ध साधका तर सह साभ लोए। पूरा भाग परापत होए। सब किछ साचा साचा है सोए। उत्तम ब्रह्म पछाणै कोई। सच साचा सच आप दृढ़ाई। नानक आपे विखै आपे सच लाए। सब किछ साचा साचा है सोए। उत्तम ब्रह्म पछाणै कोई। सच साचा सच आप दृढ़ाई। नानक आपे विखै आपे सच लाए। वाहिगुरु जी का खालसा वाहिगुरु जी की फतेह। आवो भैणे गल मिल है अंक सहेलड़िया। मिल कै करह कहानियां समरथ कंत किया। दसां पातशाहियां दी आत्मक जागदी जोत धन गुरु ग्रंथ साहिब जी महाराज जी ਦੀ पवित्र पावन हजूरी च ਅੰਮ੍ਰਿਤ ਵੇਲੇ ਦੇ सजे हुए सचखंड दीवाना च इकत्र होई हाजरियां भर रही गुरु की साजी और निवाजी हुई गुरु का खास रूप गुरु खालसा साध संगत ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਵਿੱਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ
ਸਤਿਗੁਰੂ ਨੌਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਸਰਬ ਆਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਬਹੁਤ ਹੀ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਸਭ ਸੈ ਉਪਰ ਗੁਰ ਸ਼ਬਦ ਵਿਚਾਰ, ਗੁਰਬਾਣੀ ਦੀ ਵਿਚਾਰ ਕੀਤੇ ਬਿਨਾ ਸੁਣੇ ਬਿਨਾ ਜੀਵਨ ਜਾਚ ਦਾ ਬੋਧ ਨਹੀਂ ਹੁੰਦਾ। ਗੁਰਸਿੱਖੀ ਜੀਵਨ ਜਾਚ ਕੀ ਹੈ, ਇਹਦੀ ਜਾਣਕਾਰੀ, ਇਹਦਾ ਗਿਆਨ ਗੁਰਬਾਣੀ ਦੀ ਗੁਰ ਸ਼ਬਦ ਦੀ ਵਿਚਾਰ ਦੁਆਰਾ ਪ੍ਰਾਪਤ ਹੁੰਦਾ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਪੁਰਾਤਨ ਸਮੇਂ ਤੋਂ ਹੀ ਗੁਰੂ ਘਰ ਵਿੱਚ ਜਿੱਥੇ ਗੁਰਬਾਣੀ ਦਾ ਕੀਰਤਨ ਹੁੰਦਾ ਉੱਥੇ ਗੁਰਬਾਣੀ ਦੀ ਕਥਾ ਦੀ ਮਰਿਆਦਾ ਪ੍ਰਾਰੰਭ ਕੀਤੀ। ਬਹੁਤ ਕੁਝ ਐਸਾ ਜੋ ਕੀਰਤਨ ਦੁਆਰਾ ਕਥਨ ਕੀਤਾ ਗਿਆ ਹੈ, ਵਿਰਲੇ ਸੂਖਸ਼ਮ ਬੁੱਧੀ ਵਾਲੇ ਜੀਵਾਂ ਨੂੰ ਸਮਝ ਆਈ, ਪਰ ਬਹੁਤ ਕੁਝ ਐਸਾ ਗੁਰਬਾਣੀ ਦੇ ਕੀਰਤਨ ਵਿੱਚ ਜੋ ਸਮਝ ਨਹੀਂ ਪੈਂਦਾ, ਉਹਦੀ ਸੋਝੀ, ਉਹਦਾ ਗਿਆਨ ਗੁਰਬਾਣੀ ਦੀ ਕਥਾ ਦੁਆਰਾ ਹੁੰਦਾ ਹੈ। ਇਸ ਕਰਕੇ ਗੁਰਦੇਵ ਨੇ ਫਰਮਾਇਆ ਹੈ, ਸਭ ਸੇ ਉਪਰ ਗੁਰ ਸ਼ਬਦ ਵਿਚਾਰ। ਸਾਡੇ ਵੱਡੇ ਭਾਗ ਨੇ ਕਿ ਸਾਨੂੰ ਸਤਿਗੁਰਾਂ ਦਾ ਸ਼ਬਦ ਪੜ੍ਹਨ ਸੁਣਨ ਨੂੰ ਪ੍ਰਾਪਤ ਹੋਇਆ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਨੂੰ ਗਰੀਬਨਵਾਜ ਸਤਿਗੁਰਾਂ ਦੇ ਪਵਿੱਤਰ ਚਰਨਾਂ ਨਾਲ ਜੋੜੀਏ, ਇਕਾਗਰਤਾ ਬਣਾਈਏ। ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਕੇਂਦਰਿਤ ਕਰੀਏ। ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਣ ਨਿਮਿਤ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਤੀਜਾ। ਕਾਚਾ ਧਨ ਸੰਚੈ ਮੂਰਖ ਗਾਵਾਰ। ਰਾਗ ਤਨਾਸਰੀ ਹੈ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਕਾਚਾ ਧਨ ਸੰਚਹਿ ਮੂਰਖ ਗਾਵਾਰ। ਦੋ ਲਫ਼ਜ਼ ਸਤਿਗੁਰਾਂ ਨੇ ਵਰਤੇ ਨੇ, ਇੱਕ ਮੂਰਖ, ਦੂਸਰਾ ਗਵਾਰ। ਮੂਰਖ ਉਹਨੂੰ ਕਹਿੰਦੇ ਆ ਜਿਹਨੇ ਹਰ ਜਗ੍ਹਾ ਤੇ ਆਪਣਾ ਮੂੰਹ ਰੱਖਿਆ ਹੋਇਆ, ਆਪਣਾ ਮੂੰਹ ਹਰ ਵੇਲੇ ਮੂਹਰੇ ਰੱਖਿਆ ਹੋਇਆ। ਗਵਾਰ ਕਹਿੰਦੇ ਨੇ ਨਾ ਸਮਝ ਨੂੰ, ਬੇਵਕੂਫ ਨੂੰ, ਬੁੱਧੀ ਵਿਹੂਣੇ ਨੂੰ। ਪਾਤਸ਼ਾਹ ਕਹਿੰਦੇ ਜਿਹੜੇ ਮੂਰਖ ਤੇ ਗਵਾਰ ਲੋਕ ਨੇ ਉਹ ਕੱਚਾ ਧਨ ਇਕੱਠਾ ਕਰਨ ਵਿੱਚ ਆਪਣਾ ਧਿਆਨ ਕੇਂਦਰਿਤ ਕਰੀ ਬੈਠੇ ਨੇ, ਜਿਨ੍ਹਾਂ ਦਾ ਸਾਰਾ ਧਿਆਨ ਕੇਵਲ ਇਸ ਪਾਸੇ ਲੱਗਾ ਹੋਇਆ ਵੀ ਇਹ ਜਿਹੜਾ ਕੱਚਾ ਧਨ ਹੈ ਇਹਨੂੰ ਇਕੱਠਾ ਕਰਨਾ। ਕੱਚਾ ਧਨ ਕਿਹੜਾ ਹੈ? ਜਿਹੜਾ ਸदैवी ਨਾ ਹੋਵੇ ਉਹਨੂੰ ਕੱਚਾ ਧਨ ਕਹਿੰਦੇ ਹਨ। ਜਿਹੜਾ ਸਤ ਨਹੀਂ ਔਰ ਸदैवी ਨਹੀਂ। ਇਕੱਠਾ ਕਰਨ ਦੀ ਬਿਰਤੀ ਜਦੋਂ ਕਿਸੇ ਮਨੁੱਖ ਵਿੱਚ ਆਉਂਦੀ ਹੈ, 6 ਮਹੀਨਿਆਂ ਦਾ ਰਾਸ਼ਨ ਇੱਕ ਕੀੜਾ ਆਪਣੀ ਖੁੱਡ ਦੇ ਵਿੱਚ ਇਕੱਠਾ ਕਰਕੇ ਰੱਖ ਲੈਂਦਾ। ਜਦੋਂ ਮੌਸਮ ਹੁੰਦਾ ਦਾਣਿਆਂ ਦਾ
ਤੇ 6 ਮਹੀਨਿਆਂ ਦਾ ਰਾਸ਼ਨ ਉਹ ਆਪਣੀ ਖੁੱਡ ਦੇ ਵਿੱਚ ਇਕੱਠਾ ਕਰਕੇ ਰੱਖ ਕੇ ਸੋਚਦਾ ਹੈ ਕਿ ਮੇਰੇ ਵਰਗਾ ਹੁਣ ਕੋਈ ਨਹੀਂ। ਇੱਕ ਕੀੜੇ ਦੀ ਜਿਹੜੀ ਬਿਰਤੀ ਹੈ ਉਹੀ ਮਨੁੱਖ ਦੀ ਬਿਰਤੀ ਹੈ, ਤੇ ਫਿਰ ਕੀੜੇ ਤੇ ਮਨੁੱਖ ਵਿੱਚ ਫਰਕ ਕੀ ਹੈ, ਅੰਤਰ ਕੀ ਹੈ? ਇੱਕ ਕੀੜਾ ਵੀ ਉਹੀ ਕਰ ਰਿਹਾ ਤੇ ਮਨੁੱਖ ਵੀ ਉਹੀ ਕਰ ਰਿਹਾ, ਤੇ ਫਿਰ ਦੋਨਾਂ ਵਿੱਚ ਫਰਕ ਤਾਂ ਨਹੀਂ ਰਿਹਾ, ਅੰਤਰਾ ਤਾਂ ਨਹੀਂ ਰਿਹਾ। ਕੀੜਾ ਫਿਰ ਵੀ ਮਿਹਨਤ ਕਰਕੇ ਇਕੱਠਾ ਕਰਦਾ ਹੋਣਾ ਹੈ, ਮਨੁੱਖ ਮਿਹਨਤ ਨਹੀਂ ਕਰਦਾ। ਮਨੁੱਖ ਇਕੱਠਾ ਕਰਨ ਵੇਲੇ ਦੁਰਾਚਾਰ ਕਰਦਾ ਹੈ, ਭ੍ਰਸ਼ਟਾਚਾਰ ਕਰਦਾ ਹੈ, ਮਾੜੇ ਭੈੜੇ ਕਰਮ ਵਿਕਰਮ ਕਰਦਾ ਹੈ, ਕਿਉਂਕਿ ਪਾਪ ਕਰਮ ਕੀਤੇ ਬਿਨਾਂ ਇਹਨੂੰ ਇਕੱਠਾ ਕੀਤਾ ਹੀ ਨਹੀਂ ਜਾ ਸਕਦਾ। ਨਹੀਂ ਤਾਂ ਆਈ ਚਲਾਈ ਹੈ। ਪਾਪ ਕਰੇਗਾ, ਕਿਸੇ ਟੇਢੇ ਢੰਗ ਦੇ ਨਾਲ ਇਕੱਤਰ ਕਰਨ ਦੀ ਬਿਰਤੀ ਰੱਖੇਗਾ ਤਦੇ ਇਕੱਤਰ ਹੋਵੇਗਾ। ਪਾਪਾ ਬਾਝੋਂ ਹੋਵੇ ਨਾਹੀ। ਮਹਾਰਾਜ ਜੀ ਕਹਿੰਦੇ ਜਿਹੜੀ ਦੁਨਿਆਵੀ ਮਾਇਆ ਹੈ ਇਹ ਪਾਪ ਕਰਮ ਕੀਤੇ ਬਿਨਾਂ ਇਕੱਠੀ ਨਹੀਂ ਹੁੰਦੀ। ਉਹਦੇ ਲਈ ਬੰਦਾ ਕੋਈ ਦੂਸਰਾ ਰਸਤਾ ਵੇਖਦਾ, ਜਿਹਨੂੰ ਕਹਿੰਦਾ ਨਾ 2 ਨੰਬਰ ਦਾ ਤਰੀਕਾ। ਜਿਹੜਾ 2 ਨੰਬਰ ਦਾ ਤਰੀਕਾ ਹੈ ਉਹ 2 ਨੰਬਰ ਦਾ ਤਰੀਕਾ ਤਾਂ ਫਿਰ ਕਿਸੇ ਨਾ ਕਿਸੇ ਟੇਢੇ ਰਸਤੇ ਦੁਆਰਾ ਹੀ ਚੱਲੇਗਾ ਨਾ। ਸਿੱਧਾ ਰਸਤਾ ਤਾਂ ਉਹੀ ਹੈ ਜਿਹੜਾ ਹੱਕ ਹਲਾਲ ਦਾ ਮਿਲ ਗਿਆ। ਜਦੋਂ ਜਿਹਨੂੰ ਕਹਿੰਦਾ ਨਾ ਉੱਪਰਲੇ ਪੈਸੇ, ਉੱਪਰਲੀ ਕਮਾਈ, ਉਹ ਜਿਹੜੀ ਉੱਪਰਲੀ ਕਮਾਈ ਆ ਉਹ ਪਾਪ ਕੀਤੇ ਬਿਨਾਂ ਨਹੀਂ ਇਕੱਠੀ ਹੁੰਦੀ। ਉਹਦੇ ਲਈ ਪਾਪ ਕਰਮ ਇਹਨੂੰ ਕਰਨੇ ਪੈਂਦੇ ਆ। ਤੇ ਪਾਪ ਕਰਮ ਕਰਦਾ ਕਾਹਦੇ ਲਈ ਆ? ਕੱਚਾ ਧਨ ਇਕੱਠਾ ਕਰਨ ਵਾਸਤੇ। ਤੇ ਜੇ ਕੱਚਾ ਧਨ ਇਕੱਠਾ ਕਰਨ ਵਾਸਤੇ ਪਾਪ ਕਰਮ ਕਰਦਾ ਤੇ ਫਿਰ ਇਹਨੂੰ ਸਿਆਣਾ ਥੋੜੀ ਕਹਾਂਗੇ। ਮਹਾਰਾਜ ਜੀ ਕਹਿੰਦੇ ਫਿਰ ਮੂਰਖ ਤੇ ਗਵਾਰ ਆਪੇ ਹੀ ਹੋਇਆ। ਫਿਰ ਆਪੇ ਹੀ ਮੂਰਖ ਹੈ, ਆਪੇ ਹੀ ਗਵਾਰ ਹੈ। ਤੋ ਇਸ ਕਰਕੇ ਗੁਰਦੇਵ ਇੱਥੇ ਫਰਮਾ ਰਹੇ ਨੇ ਕਿ ਮੂਰਖ ਤੇ ਗਵਾਰ ਲੋਕ ਕੇਵਲ ਕੱਚਾ ਧਨ ਇਕੱਠਾ ਕਰਨ ਦੇ ਵਿੱਚ ਆਪਣਾ ਸਾਰਾ ਧਿਆਨ ਉਸੇ ਪਾਸੇ ਜੋੜੀ ਬੈਠੇ ਹਨ। ਮਨ ਮੁਖ ਭੂਲੇ ਅੰਧ ਗਵਾਰ। ਜਿਹੜੇ ਮਨਮੁਖ ਨੇ, ਮਨ ਪਿੱਛੇ ਚੱਲਣ ਵਾਲੇ, ਪਾਤਸ਼ਾਹ ਕਹਿੰਦੇ ਉਹ ਭੁੱਲੇ ਹੋਏ ਨੇ ਆਪਣੇ ਨਿਜ ਸਰੂਪ ਨੂੰ। ਉਹਨਾਂ ਨੂੰ ਇਹ ਚੇਤਾ ਹੈ ਹੀ ਨਹੀਂ ਕਿ ਸਾਡਾ ਸਰੂਪ ਕੀ ਹੈ। ਮਨਮੁਖ ਨੂੰ ਆਪਣਾ ਸਰੂਪ ਨਹੀਂ ਚੇਤੇ। ਮਨਮੁਖ ਭੁੱਲ ਗਿਆ ਮੈਂ ਕੀ ਹਾਂ, ਕਿਉਂਕਿ ਮਨਮੁਖ ਨੂੰ ਇਕੱਲਾ ਆਪਣਾ ਮਨ ਨਜ਼ਰ ਆਉਂਦਾ ਹੈ। ਮਨ ਵਿੱਚ ਜਿਹੜੀਆਂ ਬਿਰਤੀਆਂ ਨੇ ਉਹ ਦਿਸਦੀਆਂ। ਤੋ ਮਨ ਪਿੱਛੇ ਚੱਲਣ ਕਰਕੇ ਮਨਮੁਖ ਨੂੰ ਆਪਣਾ ਸਵਰੂਪ ਭੁੱਲ ਗਿਆ। ਅੰਧ ਗਵਾਰ, ਗਵਾਰ ਕਹਿੰਦੇ ਨਾ ਸਮਝ, ਅਗਿਆਨਤਾ ਦੇ ਹਨੇਰੇ ਦੇ ਵਿੱਚ ਅੰਨਾ ਹੋਇਆ ਠੋਕਰਾਂ ਖਾਂਦਾ ਫਿਰਦਾ ਹੈ, ਦਰ ਬਦਰ ਭਟਕਦਾ ਫਿਰਦਾ ਹੈ। ਵੇਖਿਆ ਕਹਿ ਧਨ ਸਦਾ ਦੁਖ ਹੋਏ। ਜਿਹੜਾ ਧਨ ਕਿਸੇ ਮਾੜੇ ਭੈੜੇ ਤਰੀਕੇ ਨਾਲ ਇਕੱਠਾ ਕੀਤਾ ਜਾਂਦਾ ਹੈ ਉਹਨੂੰ ਕਹਿੰਦੇ ਨੇ ਵਿਖਿਆ ਕਾ ਧਨ, ਜ਼ਹਿਰ ਵਾਲਾ ਧਨ। ਜਿਹੜਾ ਕਿਸੇ ਮਾੜੇ ਤਰੀਕੇ ਨਾਲ ਇਕੱਠਾ ਕੀਤਾ ਜੇ, ਮਾੜਾ ਤਰੀਕਾ ਰਿਸ਼ਵਤਖੋਰੀ ਨਾਲ, ਕਿਸੇ ਦਾ ਹੱਕ ਖੋਹ ਕੇ, ਕਿਸੇ ਨਾਲ ਠੱਗੀ ਕਰਕੇ, ਜਾਂ ਕਿਸੇ ਦੇ ਨਾਲ ਧਰੋਹ ਕਰਕੇ ਜਿਹੜਾ ਧਨ ਇਕੱਠਾ ਕੀਤਾ ਜਾਂਦਾ ਉਹਨੂੰ ਕਹਿੰਦੇ ਨੇ ਵਿਖਿਆ ਦਾ ਧਨ, ਜ਼ਹਿਰ ਰੂਪੀ ਧਨ। ਤੇ ਜਿਹੜਾ ਜ਼ਹਿਰ ਰੂਪੀ ਵਿਖਿਆ ਦਾ ਧਨ ਹੈ ਮਹਾਰਾਜ ਜੀ ਕਹਿੰਦੇ ਸਦਾ ਹੀ ਦੁੱਖ ਦਿੰਦਾ ਹੈ। ਇਹਦੇ ਚੋਂ ਕਦੇ ਸੁੱਖ ਪ੍ਰਾਪਤ ਨਹੀਂ ਹੁੰਦਾ। ਵਿਖਿਆ ਦਾ ਧਨ ਜਿਹੜਾ ਉਹ ਹਮੇਸ਼ਾ ਦੁਖਦਾਈ ਹੁੰਦਾ ਤੇ ਦੁੱਖ ਦਿੰਦਾ। ਇਸ ਕਰਕੇ ਗੁਰਦੇਵ ਨੇ ਸਪਸ਼ਟ ਲਫ਼ਜ਼ਾਂ 'ਚ ਇੱਥੇ ਕਹਿ ਦਿੱਤਾ ਹੈ, ਵਿਖਿਆ ਕੈ ਧਨ ਸਦਾ ਦੁੱਖ ਹੋਏ। ਇਹ ਜ਼ਹਿਰ ਰੂਪੀ ਧਨ ਹੈ, ਇਹਦੇ ਨਾਲ ਹਮੇਸ਼ਾ ਬੰਦੇ ਨੂੰ ਦੁੱਖ ਹੀ ਦੁੱਖ ਭੋਗਣੇ ਪੈਂਦੇ ਹਨ। ਇਹ ਸਦਾ ਵਿਖਿਆ ਦੇ ਧਨ ਨਾਲ ਦੁਖੀ ਹੁੰਦਾ ਹੈ।
ਜਿਨ੍ਹਾਂ ਨੇ ਵੀ ਮਾੜੇ ਭੈੜੇ ਤਰੀਕੇ ਨਾਲ ਧਨ ਇਕੱਠਾ ਕੀਤਾ, ਉਹ ਧਨ ਉਹਨਾਂ ਦੇ ਬੱਚਿਆਂ ਲਈ ਸੁਖਦਾਈ ਤਾਂ ਨਹੀਂ ਹੋਇਆ। ਉਹ ਅਨੇਕ ਪ੍ਰਕਾਰ ਦੇ ਭੈੜੇ ਕਰਮਾਂ 'ਚ ਪ੍ਰਵਿਰਤ ਹੋ ਗਏ। ਤੋ ਇਹ ਵਿਖਿਆ ਦੇ ਧਨ ਦੇ ਵਿੱਚ ਸਦਾ ਹੀ ਦੁੱਖ ਹੈ। ਨਾ ਸਾਥ ਜਾਈ ਨਾ ਪਰਾਪਤ ਹੋਏ। ਇਹ ਵਿਖਿਆ ਦਾ ਧਨ ਜਿਹੜਾ ਇਹਨੇ ਸਾਰੀ ਜ਼ਿੰਦਗੀ ਪਾਪ ਕਰਮ ਕਰਕੇ ਇਕੱਠਾ ਕੀਤਾ, ਪਾਤਸ਼ਾਹ ਕਹਿੰਦੇ ਨਾ ਤਾਂ ਨਾਲ ਗਿਆ ਤੇ ਨਾ ਹੀ ਉੱਥੇ ਪ੍ਰਾਪਤ ਹੋਇਆ ਜਿੱਥੇ ਲੇਖਾ ਮੰਗਿਆ ਜਾਂਦਾ ਹੈ, ਜਿੱਥੇ ਹਿਸਾਬ ਕਿਤਾਬ ਮੰਗਿਆ ਜਾਂਦਾ ਹੈ, ਉੱਥੇ ਵੀ ਨਾਲ ਖੜਾ ਇਹਦੇ ਨਾਲ ਇਹਨੂੰ ਪ੍ਰਾਪਤ ਨਹੀਂ ਹੋਇਆ। ਉੱਥੇ ਉਹ ਪਾਪ ਕਰਮ ਇਹਦੇ ਸਾਖੀ ਬਣੇ, ਇਹਦੀ ਗਵਾਹੀ ਭਰਨ ਲੱਗੇ ਜਿਹੜੇ ਇਹਨੇ ਕੀਤੇ ਸੀ। ਉਹਨਾਂ ਪਾਪਾਂ ਨੇ ਗਵਾਹੀ ਜ਼ਰੂਰ ਭਰੀ, ਪਰ ਪਾਪ ਕਰਕੇ ਜਿਹੜਾ ਧਨ ਇਕੱਠਾ ਕੀਤਾ ਸੀ ਉਹ ਉੱਥੇ ਪ੍ਰਾਪਤ ਨਹੀਂ ਹੋਇਆ। ਸਾਚਾ ਧਨ ਗੁਰਮਤੀ ਪਾਈ। ਜਿਹੜਾ ਸੱਚਾ ਧਨ ਹੈ ਪਰਮੇਸ਼ਰ ਦੇ ਨਾਮ ਦਾ ਧਨ, ਉਹ ਗੁਰੂ ਦੀ ਮੱਤ ਦੁਆਰਾ ਪ੍ਰਾਪਤ ਹੁੰਦਾ ਹੈ। ਜਦੋਂ ਕੋਈ ਗੁਰਮਤਿ ਦਾ ਧਾਰਨੀ ਹੁੰਦਾ, ਗੁਰੂ ਕੀ ਮੱਤ ਧਾਰਨ ਕਰਦਾ ਹੈ, ਤੇ ਗੁਰੂ ਦੀ ਮੱਤ ਦੁਆਰਾ ਪਰਮੇਸ਼ਰ ਦੇ ਨਾਮ ਧਨ ਦੀ, ਸੱਚੇ ਧਨ ਦੀ ਪ੍ਰਾਪਤੀ ਹੁੰਦੀ ਹੈ। ਕਾਚਾ ਧਨ ਫੁਨ ਆਵੈ ਜਾਈ। ਜਿਹੜਾ ਇਹ ਕੱਚਾ ਧਨ ਹੈ ਇਹ ਤਾਂ ਆਉਂਦਾ ਜਾਂਦਾ ਰਹਿੰਦਾ, ਕਦੇ ਆ ਗਿਆ ਕਦੇ ਚਲਾ ਗਿਆ, ਇਹ ਸदैਵੀ ਥੋੜੀ ਹੈ। ਬੜੇ ਬੜੇ ਧਨੀਆਂ ਕੋਲੇ ਧਨ ਆਉਂਦਾ ਤੇ ਉਹ ਨਿਰਧਨੀ ਵੀ ਹੋ ਜਾਂਦੇ ਨੇ, ਕਿਉਂਕਿ ਆਉਂਦਾ ਤੇ ਚਲਾ ਵੀ ਜਾਂਦਾ ਹੈ। ਇਹ ਕੱਚਾ ਧਨ ਮੁੜ ਮੁੜ ਕੇ ਆਉਂਦਾ ਜਾਂਦਾ ਰਹਿੰਦਾ ਹੈ। ਰਹਾਉ ਮਨ ਮੁਖ ਭੂਲੇ ਸਭ ਮਰਹਿ ਗਵਾਰ। ਜਿਹੜੇ ਮਨਮੁਖ ਨੇ ਉਹ ਭੁੱਲੇ ਹੋਏ ਨੇ ਆਪਣੇ ਨਿਜ ਸਰੂਪ ਨੂੰ, ਉਹ ਗਵਾਰ ਮੁੜ ਮੁੜ ਕੇ ਮਰਦੇ ਨੇ, ਬਾਰ-ਬਾਰ ਜੰਮਦੇ ਨੇ, ਬਾਰ-ਬਾਰ ਮਰਦੇ ਹਨ। ਉਹ ਆਵਾਗਾਉਣ ਦੇ ਚੱਕਰਾਂ ਵਿੱਚ ਭਟਕਦੇ ਰਹਿੰਦੇ ਹਨ। ਭਾਵ ਜਲ ਡੂਬੇ ਨਾ ਉਰ ਬਾਰ ਨਾ ਪਾਰ। ਜਿਹੜੇ ਮਨਮੁਖ ਨੇ ਉਹ ਇਸ ਭਵ ਜਲ ਵਿੱਚ, ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਨੇ, ਨਾ ਉਹਨਾਂ ਨੂੰ ਉਰਲਾ ਪਾਸਾ ਨਜ਼ਰ ਆਉਂਦਾ ਨਾ ਪਾਰਲਾ। ਨਾ ਤਾਂ ਇਹ ਜਨਮ ਉਹਨਾਂ ਦੇ ਹੱਥ 'ਚ ਰਿਹਾ, ਇਹ ਜਨਮ ਵੀ ਗਵਾ ਲਿਆ, ਤੇ ਅੱਗੇ ਵੀ ਕੋਈ ਮਨੁੱਖੇ ਜਨਮ ਦੀ ਹਾਸਲਤਾਈ ਪ੍ਰਾਪਤੀ ਨਹੀਂ ਹੋਣੀ। ਅੱਗੇ ਵੀ ਮਾੜੇ ਭੈੜੇ ਟੇਢੀਆਂ ਜੂਨੀਆਂ ਤ੍ਰਿਗਦ ਜੂਨੀਆਂ ਦੇ ਵਿੱਚ ਭਟਕਣਾ ਹੈ। ਇਸ ਕਰਕੇ ਮਨਮੁਖ ਇਹ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦਾ ਹੈ। ਸਤਿਗੁਰ ਭੇਟੇ ਪੂਰੈ ਭਾਗ। ਜਿਨ੍ਹਾਂ ਦੇ ਕੋਈ ਪੂਰਬਲੇ ਜਨਮਾਂ ਦੇ ਭਾਗ ਸਵੱਲੇ ਹੋਣ, ਉਹਨਾਂ ਨੂੰ ਸਤਿਗੁਰਾਂ ਦਾ ਮੇਲ ਪ੍ਰਾਪਤ ਹੁੰਦਾ ਹੈ। ਉਹੀ ਸਤਿਗੁਰੂ ਜੀ ਨੂੰ ਮਿਲਦੇ ਨੇ ਜਿਨ੍ਹਾਂ ਦੇ ਕਰਮ ਚੰਗੇ ਹੋਣ, ਜਿਨ੍ਹਾਂ ਦੇ ਭਾਗ ਸਵੱਲੇ ਹੋਣ। ਸਾਚ ਰਤੀ ਅਹਨਿਸ ਬੈਰਾਗ। ਜਿਹੜੇ ਰਾਤ ਦਿਨ ਆਪਣੇ ਮਨ ਵਿੱਚ ਵੈਰਾਗ ਦੀ ਬਿਰਤੀ ਧਾਰਨ ਕਰਦੇ ਨੇ। ਵੈਰਾਗ ਕਹਿੰਦੇ ਨੇ ਨਿਰਚਾਵਾਨ ਹੋ ਜਾਣ ਨੂੰ। ਜਦੋਂ ਤੁਹਾਡੇ ਮਨ 'ਚ ਕੋਈ ਖਵਾਹਿਸ਼ ਨਾ ਰਹੇ, ਉਦੋਂ ਤੁਸੀਂ ਵੈਰਾਗੀ ਹੋ। ਸਾਨੂੰ ਵੈਰਾਗ ਆਉਂਦਾ ਥੋੜੇ ਸਮੇਂ ਲਈ। ਕਦੇ ਕਥਾ ਕੀਰਤਨ ਸੁਣਦਿਆਂ ਥੋੜੀਆਂ ਬਹੁਤੀਆਂ ਅੱਖਾਂ 'ਚੋਂ ਨੀਰ ਜਿਹਾ ਵਹਿ ਗਿਆ, ਮਨ 'ਚ ਸੋਚ ਲਿਆ ਵੀ ਇਹ ਤਾਂ ਸਭ ਕੁਝ ਝੂਠ ਹੈ, ਨਾਸ਼ਵਾਨ ਹੈ। ਪੱਥਰ ਪਾਣੀ 'ਚ ਰੱਖਿਆ, ਜਿੰਨਾ ਕੁ ਚਿਰ ਗਿੱਲਾ ਰਿਹਾ, ਬਾਹਰ ਕੱਢਿਆ, ਫਿਰ ਸੁੱਕੇ ਦਾ ਸੁੱਕਾ। ਕੁਝ ਸਮੇਂ ਬਾਅਦ ਹੀ ਉਹ ਵੈਰਾਗ ਜਾਂਦਾ ਰਹਿੰਦਾ। ਬਿੱਲੀ ਕਹਿਣ ਲੱਗੀ, ਅੱਜ ਤੋਂ ਬਾਅਦ ਮੈਂ ਚੂਹੇ ਖਾਣੇ ਛੱਡ ਦਿੱਤੇ, ਹੁਣ ਨਹੀਂ ਮੈਂ ਚੂਹਿਆਂ ਪਿੱਛੇ ਭੱਜਦੀ। ਬੜਾ ਸੋਹਣਾ ਇੱਕ ਤਖਤ ਜਿਹਾ ਦੇ ਕੇ ਉਹਦੇ ਤੇ ਉਹਨੂੰ ਬਿਠਾ ਦਿੱਤਾ। ਕੁਝ ਸਮਾਂ ਅਡੋਲ ਹੋ ਕੇ ਬੈਠੀ ਰਹੀ। ਇੰਨੇ ਨੂੰ ਇੱਕ ਚੂਹਾ ਉਹਦੀਆਂ ਅੱਖਾਂ ਦੇ ਸਾਹਮਣੇ ਉਹਦੀ ਗੁਜ਼ਰਿਆ ਤੇ ਜਿਉਂ ਉਹਦੇ ਮਗਰ ਦੌੜਨ ਲੱਗੀ। ਕਿਸੇ ਆਖਿਆ, ਤੂੰ ਤਾਂ ਕਿਹਾ ਸੀ ਵੀ ਮੈਂ ਚੂਹੇ ਖਾਣੇ ਛੱਡ ਦਿੱਤੇ ਐ।
ਕਹਿੰਦੀ ਉਦੋਂ ਤੱਕ ਹੀ ਛੱਡੇ ਸੀ ਜਦੋਂ ਤੱਕ ਦਿਸਦਾ ਨਹੀਂ ਸੀ। ਹੁਣ ਦਿਸ ਗਿਆ, ਹੁਣ ਨਹੀਂ ਮੈਂ ਰਹਿ ਸਕਦੀ। ਇਹੀ ਬਿਰਤੀ ਮਨੁੱਖ ਦੀ। ਮਨੁੱਖ ਕਹਿੰਦਾ ਮੈਂ ਜੀ ਹੁਣ ਤਾਂ ਬੜਾ ਤਿਆਗੀ ਹੋ ਗਿਆ ਜੀ, ਮੈਨੂੰ ਤਾਂ ਹੁਣ ਕਿਸੇ ਵਸਤੂ ਦੀ ਇੱਛਾ ਹੀ ਨਹੀਂ ਰਹੀ, ਬੜਾ ਵੈਰਾਗੀ ਹੋ ਗਿਆ। ਕਦੋਂ ਤੱਕ ਵੈਰਾਗੀ ਹੈ? ਜਦੋਂ ਤੱਕ ਕਿਸੇ ਪਦਾਰਥ ਦੀ ਪਕੜ ਨਹੀਂ ਬਣਦੀ। ਜਦੋਂ ਕੋਈ ਪਦਾਰਥ ਦਿਸ ਗਿਆ ਵੀ ਮੇਰੇ ਕਾਬੂ ਵਿੱਚ ਆਉਂਦਾ ਹੈ, ਝੱਟ ਵਿਰਾਗ ਖਤਮ ਹੋ ਜਾਂਦਾ, ਝੱਟ ਤਿਆਗ ਨੂੰ ਛਿੱਕੇ ਤੇ ਟੰਗ ਦਿੰਦਾ। ਕਹਿਣ ਤੋਂ ਭਾਵ ਕਿ ਉਦੋਂ ਤੱਕ ਹੀ ਇਮਾਨਦਾਰ ਹੈ ਜਦੋਂ ਤੱਕ ਬੇਈਮਾਨੀ ਕਰਨ ਦਾ ਮੌਕਾ ਨਾ ਮਿਲੇ। ਮੌਕਾ ਮਿਲੇ ਤੇ ਫਿਰ ਇਮਾਨਦਾਰੀ ਛਿੱਕੇ ਤੇ ਟੰਗਦੇ ਆ, ਦੇਰੀ ਨਹੀਂ ਲੱਗਦੀ। ਸਾਡੇ ਅੰਦਰ ਵੀ ਵਿਰਾਗ ਉਦੋਂ ਤੱਕ ਹੀ ਹੈ ਜਦੋਂ ਤੱਕ ਕੁਝ ਮਿਲੇ ਨਾ, ਮਿਲ ਜਾਏ ਤੇ ਵਿਰਾਗ ਉਸੇ ਵੇਲੇ ਹੀ ਖਤਮ ਹੋ ਜਾਂਦਾ। ਇੱਕ ਸਾਧਕ ਸਾਧਨਾ ਕਰਦਿਆਂ ਆਪਣੀ ਅਵਸਥਾ ਨੂੰ ਇਹੋ ਜਿਹੇ ਰੰਗ ਵਿੱਚ ਰੰਗ ਲੈਂਦਾ ਕਿ ਜਿੱਥੇ ਉਹਦੇ ਅੰਦਰ ਜਾ ਕੇ ਕੋਈ ਖਵਾਹਿਸ਼, ਕੋਈ ਕਾਮਨਾ ਰਹਿੰਦੀ ਨਹੀਂ, ਉਹਨੂੰ ਕਹਿੰਦੇ ਨੇ ਅਹਨਸ ਬੈਰਾਗ, ਰਾਤ ਦਿਨ ਵਿਰਾਗ 'ਚ ਰਹਿਣਾ। ਗੁਰਮੁਖ ਰਾਤ ਦਿਨ ਵਿਰਾਗ ਵਿੱਚ ਰਹਿ ਕੇ ਸੱਚ ਦੇ ਵਿੱਚ ਆਪਣੇ ਆਪ ਨੂੰ ਰੰਗ ਕੇ ਰੱਖਦੇ ਨੇ। ਸਾਚ ਰੱਤੇ, ਉਹ ਸੱਚ ਵਿੱਚ ਆਪਣੇ ਆਪ ਨੂੰ ਰੰਗ ਕੇ ਰੱਖਦੇ ਨੇ, ਔਰ ਰਾਤ ਦਿਨ ਉਹਨਾਂ ਦੇ ਹਿਰਦਿਆਂ ਵਿੱਚ ਵਿਰਾਗ ਦੀ ਦਸ਼ਾ ਬਣੀ ਰਹਿੰਦੀ ਹੈ। ਚੌਹ ਜੁਗ ਮਹਿ ਅੰਮ੍ਰਿਤ ਸਾਚੀ ਬਾਣੀ। ਚਾਰਾਂ ਯੁੱਗਾਂ ਦੇ ਵਿੱਚ ਪਰਮੇਸ਼ਰ ਦੀ ਬਾਣੀ ਅੰਮ੍ਰਿਤ ਹੈ, ਇਹ ਸੱਚੀ ਬਾਣੀ ਹੈ। ਔਰ ਚੌਂ ਯੁੱਗਾਂ ਦੇ ਵਿੱਚ ਅਮਰ ਹੈ, ਅੰਮ੍ਰਿਤ ਹੈ। ਪੂਰੇ ਭਾਗ ਹਰ ਨਾਮ ਸਮਾਣੀ। ਜਿਨ੍ਹਾਂ ਦੇ ਭਾਗ ਪੂਰੇ ਨੇ ਉਹਨਾਂ ਦੀ ਸੁਰਤੀ ਪਰਮੇਸ਼ਰ ਦੇ ਨਾਮ 'ਚ ਸਮਾਉਂਦੀ। ਜਿਨ੍ਹਾਂ ਦੇ ਭਾਗ ਸਵੱਲੇ ਨੇ ਉਹਨਾਂ ਦੀ ਸੁਰਤੀ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਨਾਮ 'ਚ ਸਮਾਉਂਦੀ ਹੈ। ਸਿੱਧ ਸਾਧਕ ਤਰ ਸਹਿ ਸਭ ਲੋਏ। ਬੜੇ ਬੜੇ ਸਿੱਧ, ਬੜੇ ਬੜੇ ਸਾਧਕ, ਬੜੀ ਬੜੀ ਲੁਕਾਈ ਤਰਸਦੀ ਫਿਰਦੀ ਹੈ। ਪੂਰੇ ਭਾਗ ਪ੍ਰਾਪਤ ਹੋਏ। ਪਰ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਨਹੀਂ ਜੇ ਲੱਭਦਾ। ਪਰ ਜਿਨ੍ਹਾਂ ਦੇ ਭਾਗ ਸਵੱਲੇ ਨੇ, ਜਿਨ੍ਹਾਂ ਦੇ ਭਾਗ ਪੂਰੇ ਨੇ, ਉਹਨਾਂ ਨੂੰ ਅਕਾਲ ਪੁਰਖ ਨਿਰੰਕਾਰ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸਭ ਕਿਛ ਸਾਚਾ ਸਾਚਾ ਹੈ ਸੋਈ। ਕਹਿੰਦੇ ਜਿਹੜਾ ਉਸ ਸੱਚ ਸਰੂਪ ਪਰਮੇਸ਼ਰ ਨਾਲ ਜੁੜ ਜਾਂਦਾ ਹੈ, ਉਹਦਾ ਸਭ ਕੁਝ ਸੱਚਾ ਹੋ ਜਾਂਦਾ। ਉਹਦਾ ਖਾਣਾ, ਉਹਦਾ ਪਹਿਨਣਾ, ਉਹਦਾ ਬੋਲਣਾ ਸਭ ਸਫਲ ਹੈ। ਜਿਹੜਾ ਪਰਮੇਸ਼ਰ ਦਾ ਭਜਨ ਕਰਦਾ ਹੈ, ਉਹਦਾ ਖਾਣਾ ਪੀਣਾ, ਪਹਿਨਣਾ, ਬੋਲਣਾ, ਵਿਚਰਨਾ ਸਭ ਸਫਲ ਹੈ। ਜਿਹੜਾ ਰੱਬ ਦੇ ਭਜਨ ਤੋਂ ਵਿਹੂਣਾ, ਉਹਦਾ ਖਾਣਾ ਵੀ ਨਿਸ਼ਫਲ, ਉਹਦਾ ਬੋਲਣਾ ਵੀ ਨਿਸ਼ਫਲ, ਉਹਦਾ ਪਹਿਨਣਾ ਵੀ ਨਿਸ਼ਫਲ। ਗੱਲ ਕੀ, ਉਹਦੀ ਜ਼ਿੰਦਗੀ ਨਿਸ਼ਫਲ ਹੈ, ਉਹਦਾ ਜੀਵਨ ਹੀ ਨਿਸ਼ਫਲ ਹੈ। ਜਿਹੜਾ ਪਰਮੇਸ਼ਰ ਦਾ ਭਜਨ ਕਰਦਾ, ਉਹਦਾ ਖਾਣਾ ਵੀ ਸਫਲ, ਉਹਦਾ ਪਹਿਨਣਾ ਵੀ ਸਫਲ, ਉਹਦਾ ਬੋਲਣਾ ਵੀ ਸਫਲ। ਗੱਲ ਕੀ, ਉਹਦੀ ਜ਼ਿੰਦਗੀ ਸਫਲ ਹੈ, ਉਹਦਾ ਜੀਵਨ ਹੀ ਸਫਲ ਹੈ। ਹਾਂਜੀ। ਉਤਮ ਬ੍ਰਹਮ ਪਛਾਣੈ ਕੋਈ। ਉਸ ਉਤਮ ਸ੍ਰੇਸ਼ਟ ਬ੍ਰਹਮ ਨੂੰ ਕੋਈ ਵਿਰਲਾ ਪਛਾਣਦਾ, ਹਰ ਇੱਕ ਉਹਨੂੰ ਨਹੀਂ ਪਛਾਣ ਸਕਦਾ। ਕੋਈ ਵਿਰਲਾ ਹੈ ਜਿਹੜਾ ਉਸ ਉਤਮ ਬ੍ਰਹਮ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਨੂੰ ਪਛਾਣਦਾ ਹੈ। ਸੱਚ ਸਾਚਾ ਸੱਚ ਆਪ ਦ੍ਰਿੜਾਈ। ਵਾਹਿਗੁਰੂ ਆਪ ਸੱਚ ਹੈ, ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚ ਹੈ। ਜਿਨ੍ਹਾਂ ਤੇ ਕਿਰਪਾ ਕਰਕੇ ਜਿਨ੍ਹਾਂ ਨੂੰ ਉਹ ਸੱਚ ਦ੍ਰਿੜ ਕਰਾਉਂਦਾ ਹੈ, ਉਹਨਾਂ ਦੇ ਹਿਰਦਿਆਂ 'ਚੋਂ ਸੱਚ ਸਰੂਪ ਵਾਹਿਗੁਰੂ ਦ੍ਰਿੜ ਹੋ ਜਾਂਦਾ ਹੈ, ਪ੍ਰਪੱਕ ਹੋ ਜਾਂਦਾ ਹੈ। ਨਾਨਕ ਆਪੇ ਵਿਖੈ ਆਪੇ ਸੱਚ ਲਾਏ। ਧੰਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਫਰਮਾਉਂਦੇ ਨੇ, ਵਾਹਿਗੁਰੂ ਆਪ ਹੀ ਪੈਦਾ ਕਰਦਾ ਹੈ ਤੇ ਪੈਦਾ ਕਰਕੇ ਸਭ ਨੂੰ ਆਪ ਹੀ ਵੇਖਦਾ ਹੈ। ਤੇ ਸਭ ਨੂੰ ਵੇਖਦਾ ਹੋਇਆ ਜਿਨ੍ਹਾਂ ਤੇ ਤਰਸ ਕਰਦਾ, ਉਹਨਾਂ ਨੂੰ ਸੱਚ ਨਾਲ ਜੋੜ ਦਿੰਦਾ, ਸੱਚ ਨਾਲ ਲਾ ਲੈਂਦਾ। ਉਹਨਾਂ ਦੀ ਲਿਵ, ਉਹਨਾਂ ਦੀ ਸੁਰਤ ਉਸ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਂਦੀ ਹੈ।